2 ਘੰਟਿਆਂ ਤੋਂ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਆਲ ਪਾਰਟੀ ਮੀਟਿੰਗ ਜਾਰੀ। ਬੀਐਸਐਫ ਦੇ ਮੁੱਦੇ ਤੇ ਕੇਂਦਰ ਨੂੰ ਘੇਰਨ ਦੀ ਘੜੀ ਜਾ ਰਹੀ ਹੈ ਰਣਨੀਤੀ। ਥੋੜੀ ਦੇਰ ਵਿੱਚ ਹੋਵੇਗੀ ਸਾਂਝੀ ਪ੍ਰੈਸ ਵਾਰਤਾ। ਬੀਐਸਐਫ ਨੂੰ ਦਿੱਤੇ ਵੱਧ ਅਧਿਕਾਰਾਂ ਉੱਤੇ ਨਵਜੋਤ ਸਿੱਧੂ ਨੇ ਚੁੱਕੇ ਗੰਭੀਰ ਸਵਾਲ। ਕਿਹਾ ਪੱਛਮੀ ਬੰਗਾਲ ਵਾਂਗ ਪੰਜਾਬ ਵਿੱਚ ਵੀ ਬੀਐਸਐਫ ਕਰ ਸਕਦੀ ਹੈ ਵਧੀਕੀਆਂ। ਕੇਂਦਰ ਤੇ ਲਾਇਆ ਸੂਬੇ ਦੇ ਸੰਵਿਧਾਨਿਕ ਅਧਿਕਾਰਾਂ ਤੇ ਡਾਕਾ ਮਾਰਨ ਦਾ ਇਲਜ਼ਾਮ। ਆਲ ਪਾਰਟੀ ਮੀਟਿੰਗ ਨੂੰ ਲੈ ਕੇ ਬੀਜੇਪੀ ਦਾ ਸਰਕਾਰ ਤੇ ਹਮਲਾ। ਕਿਹਾ ਬੀਐਸਐਫ ਦੇ ਅਧਿਕਾਰ ਵਧਣ ਨਾਲ ਕਮਜ਼ੋਰ ਨਹੀਂ ਹੋਵੇਗੀ ਪੰਜਾਬ ਪੁਲਿਸ। ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਤੋਂ ਬਾਜ ਆਈ ਸਰਕਾਰ। 27 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ। ਚੰਡੀਗੜ੍ਹ ਦੀ ਥਾਂ ਇਸ ਵਾਰ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਵੇਗੀ ਬੈਠਕ। ਕਈ ਵੱਡੇ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ। ਬਠਿੰਡਾ ਵਿੱਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਕੀਤੇ ਬੰਦ। ਖਰਾਬ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਲਗਾਇਆ ਪੱਕਾ ਧਰਨਾ। ਜੀਂਦ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਸਾਹਮਣੇ ਕਿਸਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼। ਰੁੱਖ ਤੇ ਚੜਿਆ ਲੈਣ ਫਾਹਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਰੁੱਖ ਤੇ ਚੜ੍ਹ ਕੇ ਉਤਾਰਿਆ ਥੱਲੇ। ਹਾਲਾਤ ਗੰਭੀਰ। ਫਰੀਦਕੋਟ ਵਿੱਚ 4 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ। ਸਹਿਕਾਰੀ ਗੋਦਾਮ ਚੋਂ ਡੀਏਪੀ ਖਾਦ ਚੋਰੀ ਕਰਨ ਦੇ ਇਲਜ਼ਾਮ। ਕੁੱਟਮਾਰ ਤੋਂ ਬਾਅਦ ਲੋਕਾਂ ਨੇ ਕੀਤਾ ਪੁਲਿਸ ਦੇ ਹਵਾਲੇ। ਹਰਿਆਣਾ ਵਿੱਚ ਡੀਏਪੀ ਖਾਦ ਦਾ ਗੰਭੀਰ ਸੰਕਟ। ਚਰਖੀ ਦਾਦਰੀ ਵਿੱਚ ਥਾਣਿਆਂ ਦੇ ਬਾਹਰ ਲੰਮੀਆਂ ਕਤਾਰਾਂ। ਘੰਟਿਆਂ ਬੱਧੀ ਲਾਈਨਾਂ ਵਿੱਚ ਖੜੇ ਹੋਣ ਨੂੰ ਮਜਬੂਰ ਕਿਸਾਨ। ਕੌਮੀ ਐਸਸੀ ਕਮਿਸ਼ਨ ਕੋਲ ਪਹੁੰਚਿਆ ਸਿੰਘੂ ਬਾਰਡਰ ਤੇ ਕਤਲ ਕੀਤੇ ਲਖਬੀਰ ਦਾ ਪਰਿਵਾਰ। ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਕੀਤੀ ਮੁਲਾਕਾਤ। ਸਾਂਪਲਾ ਨੇ ਪੰਜਾਬ ਸਰਕਾਰ ਤੋਂ ਜਲਦ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ। ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡਾ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਠਿੰਡਾ ਤੋਂ ਆ ਰਹੀ ਵੱਡੀ ਖਬਰ ਦੇ ਨਾਲ। ਬਠਿੰਡਾ ਦੇ ਵਿੱਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਜਿਹੜੇ ਬਾਹਰ ਬੈਰੀਗੇਟ ਨੇ ਉਹ ਤੋੜ ਦਿੱਤੇ ਗਏ ਨੇ। ਵੱਡੀ ਗਿਣਤੀ ਦੇ ਵਿੱਚ ਕੰਪਲੈਕਸ ਦੇ ਬਾਹਰ ਜਿਹੜੇ ਨੇ ਕਿਸਾਨ ਇਕੱਠੇ ਹੋ ਗਏ ਨੇ। 8 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਪੱਕਾ ਧਰਨਾ ਲਗਾ ਦਿੱਤਾ ਹੈ। ਜ਼ਿਲ੍ਹਾ ਕੰਪਲੈਕਸ ਦੇ ਸਾਰੇ ਗੇਟ ਤੱਕ ਬੰਦ ਕਰ ਦਿੱਤੇ ਨੇ। ਕਾਬਲੇ ਗੌਰ ਹੈ ਕਿ ਖਰਾਬ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਹ ਧਰਨਾ ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ। ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ, ਔਰ ਸਾਰੇ ਹੀ ਗੇਟ ਇਸ ਕੰਪਲੈਕਸ ਦੇ ਬੰਦ ਕਰ ਦਿੱਤੇ ਗਏ ਨੇ। ਖਰਾਬ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਡਟ ਗਏ ਨੇ ਕਿਸਾਨ। ਤਾਂ 8 ਜ਼ਿਲ੍ਹਿਆਂ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਬਠਿੰਡਾ ਦੇ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ। ਤਾਂ ਇਸ ਖਬਰ ਤੇ ਗੱਲਬਾਤ ਕਰਦੇ ਹਾਂ, ਅਪਡੇਟ ਲੈਂਦੇ ਹਾਂ। ਸਾਡੇ ਸਹਿਯੋਗੀ ਸੂਰਜ ਭਾਨ ਜੁੜੇ ਹੋਏ ਨੇ ਸਾਡੇ ਨਾਲ ਬਠਿੰਡਾ ਤੋਂ ਫੋਨ ਲਾਈਨ ਤੇ। ਸੂਰਜ, ਤਾਂ ਤਸਵੀਰਾਂ ਆਪ ਮੁਹਾਰੇ ਬਿਆਨ ਕਰਦੀਆਂ ਨੇ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਹ ਮੋਰਚਾ ਲਗਾਇਆ। ਜਾਣਨਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਖਰਾਬ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਕੀ ਹਾਲੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ? ਦੇਖੋ, 2 ਮੁੱਖ ਵੱਡੀਆਂ ਮੰਗਾਂ ਨੇ। 60,000 ਰੁਪਇਆ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਜਿਹੜੇ ਗਰੀਬ ਕਿਸਾਨ ਨੇ, ਉਹਨਾਂ ਵਾਸਤੇ ਮੁਆਵਜ਼ੇ ਮੰਗ ਕੀਤੀ ਜਾ ਰਹੀ। ਪਰ ਦੂਸਰੇ ਪਾਸੇ ਜਿਹੜੇ ਕਿਸਾਨਾਂ ਦੇ ਨਾਲ ਨਰਮਾ ਚੁਗਣ ਵਾਲੇ ਜਿਹੜੇ ਮਜ਼ਦੂਰ ਨੇ, ਉਹਨਾਂ ਵਾਸਤੇ 30,000 ਰੁਪਏ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਔਰ ਦੂਸਰੇ ਪਾਸੇ ਅੱਜ ਜਿਹੜੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਨੇ ਇਹ ਕਾਫੀ ਅਗਰੈਸਿਵ ਨਜ਼ਰ ਆ ਰਹੇ ਨੇ, ਕਿਉਂਕਿ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਪਿਛਲੇ 10 ਤੋਂ 12 ਦਿਨ ਉੱਥੇ ਧਰਨੇ ਤੇ ਬੈਠੇ ਸੀ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਪੂਰੇ ਦਾ ਪੂਰਾ ਘੇਰ ਚੁੱਕਿਆ, ਜਿਸ ਦੇ ਦਰਵਾਜ਼ੇ ਨੇ ਜਿਹੜੇ 6 ਤੋਂ 7 ਦਰਵਾਜ਼ੇ ਨੇ ਉਹ ਸੂਰਜ ਤੋਂ ਰਿਪੋਰਟਰ ਤੁਸੀਂ ਬਣ ਰਹੇ ਹੋ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੈਰੀਕੇਡ ਤੋੜਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਵਧਿਆ ਗਿਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੁਣ ਥੋੜੀ ਦੇਰ ਪਹਿਲਾਂ ਜਦੋਂ ਇਹ ਬੈਰੀਕੇਡ ਤੋੜ ਦਿੱਤੇ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਵੀ ਧੱਕਾ ਮੁੱਕੀ ਹੁੰਦੇ ਨਜ਼ਰ ਆਏ ਕਿਸਾਨ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੀ ਬੈਰੀਕੇਡਿੰਗ ਪੁਲਿਸ ਦੇ ਵੱਲੋਂ ਕੀਤੀ ਗਈ ਸੀ, ਜਿਹੜੀ ਰੱਸੀ ਬੰਨੀ ਗਈ ਸੀ ਉਸ ਨੂੰ ਤੋੜ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ। ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ, ਤਾਂ ਉਹਨਾਂ ਦੇ ਵੱਲੋਂ ਸਾਰੇ ਬੈਰੀਕੇਡ ਤੋੜ ਕੇ ਆਵਾਜਾਈ ਨੂੰ ਵੀ ਉੱਥੋਂ ਚਾਲੂ ਕੀਤਾ ਗਿਆ। ਹਾਲਾਂਕਿ ਪੁਲਿਸ ਬਲ ਵੀ ਮੌਕੇ ਤੇ ਤੈਨਾਤ ਸੀ, ਪਰ ਪੁਲਿਸ ਇੰਨੀ ਭੀੜ ਦੇ ਕੁਝ ਨਹੀਂ ਕਰ ਸਕੀ। ਤਾਂ ਦੇਖਦੇ ਹੀ ਦੇਖਦੇ ਕਿਸਾਨ ਬੈਰੀਕੇਡਸ ਤੋੜ ਕੇ ਉੱਥੇ ਪੁਲਿਸ ਦੇ ਨਾਲ ਉਲਝਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਤਸਵੀਰਾਂ ਤੁਹਾਨੂੰ ਬਠਿੰਡੇ ਦੀਆਂ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਉੱਪਰ। ਤਾਂ ਬੈਰੀਕੇਡ ਤੋੜ ਕੇ ਕਿਸਾਨ ਜਿਹੜੇ ਨੇ ਅੱਗੇ ਵਧੇ ਨੇ, ਔਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਬੈਰੀਕੇਡ ਤੋੜੇ ਗਏ ਨੇ, ਔਰ ਸਾਰੇ ਹੀ ਗੇਟ ਜਿਹੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇ ਉਹ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਗਏ ਨੇ। ਔਰ ਖਰਾਬ ਫਸਲ ਦੇ ਮੁਆਵਜ਼ੇ ਦੀ ਜਿਹੜੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਦੇ ਉੱਪਰ ਡਟ ਗਏ ਨੇ। ਔਰ 8 ਜ਼ਿਲ੍ਹਿਆਂ ਦੇ ਜਿਹੜੇ ਕਿਸਾਨ ਨੇ ਉਹ ਅੱਜ ਬਠਿੰਡਾ ਪਹੁੰਚੇ ਨੇ ਔਰ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਨੇ। ਅੱਜ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਕਰ ਰਹੇ ਨੇ। ਤਾਂ ਇੱਕ ਵਾਰ ਫਿਰ ਤੋਂ ਚੱਲਦੇ ਹਾਂ, ਸਾਡੇ ਸਹਿਯੋਗ ਸਾਡੇ ਨਾਲ ਬਣੇ ਹੋਏ ਨੇ ਸੂਰਜ ਭਾਨ। ਤਾਂ ਸੂਰਜ,
ਤਸਵੀਰਾਂ ਬਿਆਨ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਬੈਰੀਕੇਡ ਤੋੜ ਦਿੱਤੇ ਗਏ ਨੇ। ਤਾਂ ਹੁਣ ਅਜਿਹੇ ਦੇ ਵਿੱਚ ਅਗਲਾ ਸਟੈਪ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਕੰਪਲੈਕਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ, ਹੁਣ ਅਗਲਾ ਸਟੈਪ ਕੀ ਰਹੇਗਾ? ਬਿਲਕੁਲ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਨਿਊਜ਼ 18 ਦੀ ਸਕਰੀਨ ਤੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਿਸਾਨ ਨੇ ਜਿਹੜੇ ਅਗਰੈਸਰ ਹੁੰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਪਹਿਲਾਂ ਕਿਸਾਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਬੈਠ ਕੇ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਗਈ ਸੀ, ਪਰ ਕਿਸਾਨਾਂ ਨੇ ਪੂਰੇ ਦੇ ਪੂਰੇ ਜਿਹੜੇ ਗੇਟਸ ਨੇ ਉਹ ਸਾਰੇ ਗੇਟ ਬੰਦ ਕੀਤੇ ਹੋਏ ਨੇ। ਡੀਸੀ ਤੋਂ ਲੈ ਕੇ ਐਸਐਸਪੀ ਤੋਂ ਲੈ ਕੇ ਜਿੰਨੇ ਵੱਡੇ ਅਧਿਕਾਰੀ ਨੇ ਉਹ ਸਾਰੇ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ। ਹਾਲਾਂਕਿ ਸ਼ਾਮ ਤੱਕ ਜਿਹੜੀ ਗੱਲ ਹੈ ਉਹ ਇਸ ਗੱਲ ਤੇ ਰਾਜੀ ਜ਼ਰੂਰ ਹੋਈ ਹੈ ਕਿ ਅਧਿਕਾਰੀਆਂ ਨੂੰ ਦੇਰ ਸ਼ਾਮ ਕੱਢ ਦੇਣਗੇ ਦਫ਼ਤਰਾਂ ਤੋਂ ਬਾਹਰ, ਪਰ ਕਿਤੇ ਨਾ ਕਿਤੇ ਜਾ ਕੇ ਹੁਣ ਜਦੋਂ ਅਧਿਕਾਰੀਆਂ ਨੇ ਅੰਦਰ ਬਾਹਰ ਦੇ ਕੰਮਾਂ ਕਾਜਾਂ ਵਾਸਤੇ ਜਾਣਾ ਹੁੰਦਾ, ਖਾਣਾ ਖਾਣ ਵਾਸਤੇ ਕਿ ਕਾਫੀ ਕਰਮਚਾਰੀਆਂ ਨੇ ਬਾਹਰ ਜਾਣਾ ਹੁੰਦਾ, ਕਿਤੇ ਨਾ ਕਿਤੇ ਜਾ ਕੇ ਉਹ ਲੋਕ ਜ਼ਰੂਰ ਪਰੇਸ਼ਾਨ ਨੇ ਜਿਨ੍ਹਾਂ ਨੇ ਆਪਦੇ ਕੰਮਕਾਜ ਵਾਸਤੇ ਦਫ਼ਤਰ ਤੋਂ ਬਾਹਰ ਜਾਣਾ ਹੁੰਦਾ। ਤਾਂ ਕਰਕੇ ਫਿਲਹਾਲ ਜਿੰਨੇ ਦੇ ਕਿੰਨੇ ਗੇਟ ਨੇ ਉਹ ਸਾਰੇ ਗੇਟ ਬੰਦ ਕੀਤੇ ਹੋਏ ਨੇ। ਤਾਂ ਕਰਕੇ ਸਾਰੇ ਗੇਟਾਂ ਦੇ ਉੱਪਰ ਕਿਸਾਨ ਨੇ ਜਿਹੜੇ ਉਹ ਜਮਾਵੜਾ ਲਾ ਕੇ ਬੈਠੇ ਹੋਏ ਨੇ। ਫਿਲਹਾਲ ਕਿਸਾਨ ਇਹੀ ਕਹਿ ਰਹੇ ਨੇ ਕਿ ਹੋ ਸਕਦਾ ਸ਼ਾਮ ਨੂੰ ਅਸੀਂ ਇਹਨਾਂ ਅਧਿਕਾਰੀਆਂ ਨੂੰ ਬਾਹਰ ਕੱਢ ਦੇਈਏ, ਸਾਡੀ ਗੱਲਬਾਤ ਇਹਨਾਂ ਨਾਲ ਹੋ ਜਾਏ, ਪਰ ਫਿਲਹਾਲ ਹਜੇ ਤੱਕ ਕੋਈ ਵੀ ਸੌਫਟ ਜਿਹੜਾ ਰੁਖ ਹੈ ਉਹ ਕਿਸਾਨਾਂ ਦਾ ਨਜ਼ਰ ਨਹੀਂ ਆ ਰਿਹਾ। ਕਹਿ ਰਹੇ ਨੇ ਕਿ ਇਸੇ ਤਰ੍ਹਾਂ ਲਗਾਤਾਰ ਜਿਹੜੇ ਦਰਵਾਜ਼ੇ ਆ ਉਹ ਬੰਦ ਰਹਿਣਗੇ। ਸੂਰਜ, ਇੱਕ ਗੱਲ ਹੋਰ ਜਾਣਨਾ ਚਾਹੁੰਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਪਿਛਲੇ 10-12 ਦਿਨ ਤੋਂ ਕਿਸਾਨ ਬੈਠੇ ਹੋਏ ਨੇ, ਤਾਂ ਜਿਸ ਤਰੀਕੇ ਦੇ ਨਾਲ ਅੱਜ ਇਹਨਾਂ ਦੇ ਵੱਲੋਂ ਜਿਹੜਾ ਕੂਚ ਕੀਤਾ ਗਿਆ ਸੀ ਇੱਧਰ ਬਠਿੰਡਾ ਜਿਹੜਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ, ਤਾਂ ਕੀ ਇਸ ਤੋਂ ਪਹਿਲਾਂ ਕੋਈ ਉਹਨਾਂ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਜਾਂ ਇਸ ਦੀ ਜਾਣਕਾਰੀ ਪਹਿਲਾਂ ਪ੍ਰਸ਼ਾਸਨ ਨੂੰ ਮਿਲੀ ਸੀ ਕੋਈ ਵੀ ਕਿਸਾਨ ਅੱਜ ਇੱਥੇ ਪ੍ਰਦਰਸ਼ਨ ਕਰਨ ਆ ਰਹੇ ਨੇ? ਬਿਲਕੁਲ ਇਸ ਨੂੰ ਲੈ ਕੇ ਕੱਲ ਵੀ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਇੱਕ ਕਾਨਫਰੰਸ ਕੀਤੀ ਸੀ, ਜਿਸ ਦਾ ਜਿਹੜਾ ਸਾਫ਼ ਸੰਦੇਸ਼ ਸੀ ਉਹ ਪ੍ਰਸ਼ਾਸਨ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਅਣਮਿੱਥੇ ਸਮੇਂ ਦੇ ਲਈ ਅਸੀਂ ਇਸ ਜਗ੍ਹਾ ਦੇ ਉੱਪਰ ਆ ਕੇ ਬੈਠਾਂਗੇ। ਉਸ ਤੋਂ ਬਾਅਦ ਸਵੇਰ ਵੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ, ਐਸਐਸਪੀ ਦੇ ਨਾਲ ਮੀਟਿੰਗ ਹੋਈ ਹੈ, ਖੁਦ ਡਿਪਟੀ ਕਮਿਸ਼ਨਰ ਬਠਿੰਡਾ ਨੇ ਉਹਨਾਂ ਨਾਲ ਮੀਟਿੰਗ ਹੋਈ ਹੈ, ਪਰ ਉਹ ਮੀਟਿੰਗ ਬੇਨਤੀਜਾ ਰਹੀ ਹੈ। ਬੇਨਤੀਜਾ ਇਸ ਕਰਕੇ ਰਹੀ ਹੈ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਸੀ ਕਿ ਸਿਰਫ ਤੁਸੀਂ ਇੱਕ ਦਿਨ ਜਾਂ 2 ਦਿਨ ਵਾਸਤੇ ਸੰਕੇਤਕ ਪ੍ਰਦਰਸ਼ਨ ਕਰ ਲਓ, ਪਰ ਲੰਬਾ ਮੋਰਚਾ ਪੱਕਾ ਸੇ ਨਾ ਲਾਓ, ਤੁਹਾਡੀ ਜਿਹੜੀ ਰਿਪੋਰਟ ਅਸੀਂ ਸਰਕਾਰ ਨੂੰ ਭੇਜਾਂਗੇ। ਡੀਸੀ ਸਾਹਿਬ ਕਹਿ ਰਹੇ ਸੀ ਕਿ ਰਿਪੋਰਟ ਸਰਕਾਰ ਨੂੰ ਭੇਜਾਂਗੇ, ਪਰ ਫਿਰ ਵੀ ਕਿਸਾਨ ਨੇ ਜਿਹੜੇ ਗੁੱਸੇ 'ਚ ਨਜ਼ਰ ਆ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਜਿੰਨੀ ਦੇਰ ਸਾਨੂੰ ਮੁਆਵਜ਼ਾ ਅਨਾਉਂਸ ਨਹੀਂ ਹੁੰਦਾ ਉਨੀ ਦੇਰ ਅਸੀਂ ਤੁਹਾਡੇ ਕਿਸੇ ਵੀ ਗੱਲ ਤੇ ਭਰੋਸਾ ਨਹੀਂ ਕਰਾਂਗੇ ਤੇ ਅਣਮਿੱਥੇ ਸਮੇਂ ਦੇ ਲਈ ਦਫ਼ਤਰਾਂ ਦੇ ਬਾਹਰ ਹੈ ਜਿਹੜੇ ਕਿਸਾਨ ਮੋਰਚਾ ਲਾ ਕੇ ਬੈਠੇ ਹੋਏ ਨੇ। ਤਾਂ ਮੁਆਵਜ਼ੇ ਦੇ ਉੱਪਰ ਅੜੇ ਹੋਏ ਨੇ ਕਿਸਾਨ, ਜਦ ਤੱਕ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਾਂ ਫਿਰ ਗੱਲ ਨਹੀਂ ਮੰਨਣੀ ਹੁੰਦੀ ਤਾਂ ਉਨੀ ਦੇਰ ਤੱਕ ਉਹ ਅੜੇ ਰਹਿਣਗੇ। ਫਿਲਹਾਲ ਸੂਰਜ ਬਹੁਤ-ਬਹੁਤ ਧੰਨਵਾਦ, ਪਰ ਲਗਾਤਾਰ ਤੁਸੀਂ ਬਣੇ ਰਹੋ। ਥੋੜੀ ਦੇਰ ਬਾਅਦ ਜਿੱਦਾਂ ਹੀ ਕੋਈ ਹਲਚਲ ਹੋਵੇਗੀ ਇੱਕ ਵਾਰ ਫਿਰ ਤੁਹਾਡੇ ਕੋਲ ਆਵਾਂਗੇ। ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਬਠਿੰਡਾ ਤੋਂ ਵੱਡੀ ਖਬਰ ਆ ਰਹੀ ਹੈ। ਬਠਿੰਡਾ ਦੇ ਵਿੱਚ ਕਿਸਾਨਾਂ ਦਾ ਇਸ ਵੇਲੇ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੁਟੇ ਹੋਏ ਨੇ। ਸਾਰੇ ਬੈਰੀਕੇਡ ਤੋੜ ਕੇ ਪ੍ਰਬੰਧਕੀ ਕੰਪਲੈਕਸ ਨੂੰ ਇੱਕ ਤਰੀਕੇ ਨਾਲ ਘੇਰਾਬੰਦੀ ਕਰ ਲਈ ਗਈ ਹੈ ਔਰ ਜਿੰਨੇ ਵੀ ਗੇਟ ਨੇ ਉਹ ਸਾਰੇ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੇ ਗਏ ਨੇ। ਤਾਂ ਹੁਣ ਗੱਲ ਕਰਦੇ ਹਾਂ ਕੈਬਨਿਟ ਮੀਟਿੰਗ ਦੀ। 27 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਗਲੀ ਬੈਠਕ। ਇਸ ਵਾਰ ਚੰਡੀਗੜ੍ਹ ਦੀ ਥਾਂ ਲੁਧਿਆਣਾ ਦੇ ਵਿੱਚ ਹੋਵੇਗੀ ਇਹ ਬੈਠਕ। ਸਵੇਰੇ 9:15 ਵਜੇ ਦਾ ਸਮਾਂ ਰੱਖਿਆ ਗਿਆ ਔਰ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਵੀ ਲਏ ਜਾ ਸਕਦੇ ਨੇ। ਤਾਂ ਪੰਜਾਬ ਕੈਬਨਿਟ ਦੀ ਮੀਟਿੰਗ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਸੀ ਕਿ ਇਸ ਵਾਰ ਚੰਡੀਗੜ੍ਹ ਦੀ ਥਾਂ 27 ਨਵੰਬਰ ਨੂੰ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਇਹ ਮੀਟਿੰਗ ਹੋਵੇਗੀ ਪੰਜਾਬ ਕੈਬਨਿਟ ਦੀ। ਅਹਿਮ ਮੀਟਿੰਗ ਮੰਨੀ ਜਾ ਰਹੀ ਹੈ। ਕਈ ਮੁੱਦਿਆਂ ਦੇ ਉੱਪਰ ਮੋਹਰ ਲੱਗ ਸਕਦੀ ਹੈ ਜਿਸ ਨੂੰ ਲੈ ਕੇ ਕਿੰਨੀਆਂ ਕਿਆਸਰੇ ਚੱਲ ਰਹੀਆਂ ਸੀ। ਸਵੇਰੇ 9:15 ਵਜੇ ਜਿਹੜੀ ਇਹ ਸਮਾਂ ਰੱਖਿਆ ਗਿਆ ਕੈਬਨਿਟ ਮੀਟਿੰਗ ਦਾ ਔਰ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਜਿਹੜੀ ਇਹ ਕੈਬਨਿਟ ਦੀ ਮੀਟਿੰਗ ਹੋਵੇਗੀ। ਕਈ ਮਸਲਿਆਂ ਦੇ ਉੱਪਰ, ਕਈ ਮੁੱਦਿਆਂ ਦੇ ਉੱਪਰ ਜਿਹੜੇ ਫੈਸਲੇ, ਵੱਡੇ ਫੈਸਲੇ ਲਏ ਜਾ ਸਕਦੇ ਨੇ। ਉਧਰ ਬੀਐਸਐਫ ਦੇ ਮੁੱਦੇ ਤੇ ਆਲ ਪਾਰਟੀ ਮੀਟਿੰਗ ਜਾਰੀ ਹੈ। ਮੁੱਖ ਮੰਤਰੀ ਚੰਨੀ ਦੀ ਅਗਵਾਈ ਦੇ ਵਿੱਚ ਪਿਛਲੇ ਕਰੀਬ 2 ਘੰਟਿਆਂ ਤੋਂ ਇਹ ਬੈਠਕ ਹੋ ਰਹੀ ਹੈ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੇ ਦਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ। ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ। ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਦਲਜੀਤ ਸਿੰਘ ਚੀਮਾ ਇਸ ਮੀਟਿੰਗ ਦੇ ਵਿੱਚ ਬੈਠੇ ਹੋਏ ਨੇ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਤੇ ਅਮਨ ਅਰੋੜਾ ਪਹੁੰਚੇ ਹੋਏ ਨੇ ਔਰ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਵਾਰਤਾ ਕੀਤੀ ਜਾਣੀ ਹੈ ਜਿਸ ਦੇ ਵਿੱਚ ਅੱਗੇ ਕੀ ਰਣਨੀਤੀ ਰਹੇਗੀ, ਜਿਸ ਤਰੀਕੇ ਦੇ ਨਾਲ ਕੇਂਦਰ ਦਾ ਰਵੱਈਆ ਸਟੇਟ ਦੇ ਪ੍ਰਤੀ ਹੈ, ਜਿਸ ਤਰੀਕੇ ਦੇ ਨਾਲ ਇਹ ਫੈਸਲਾ ਲਿਆ ਗਿਆ ਸੀ ਤਾਂ ਉਸ ਦੇ ਮੁਤਲਕ ਕਿਸ ਤਰੀਕੇ ਦੀ ਰੂਪਰੇਖਾ ਤਿਆਰ ਕਰਦੀ ਹੈ, ਕਿਸ ਤਰੀਕੇ ਦੇ ਨਾਲ ਅੱਗੇ ਨਵੀਂ ਰਣਨੀਤੀ ਤਿਆਰ ਕਰਕੇ ਕੀ ਅੱਗੇ ਰੂਪਰੇਖਾ ਹੋਵੇਗੀ, ਕਿਵੇਂ ਇਸ ਫੈਸਲੇ ਦੇ ਨਾਲ ਅੱਗੇ ਨਜਿੱਠਣਾ ਪੰਜਾਬ ਸਰਕਾਰ ਨੇ, ਤਾਂ ਉਸ ਨੂੰ ਲੈ ਕੇ ਸਾਂਝੀ ਪ੍ਰੈਸ ਵਾਰਤਾ ਕੀਤੀ ਜਾਣੀ ਔਰ ਕਰੀਬ ਪਿਛਲੇ 2 ਘੰਟਿਆਂ ਤੋਂ ਜਿਹੜੀ ਆਲ ਪਾਰਟੀ ਮੀਟਿੰਗ ਹੈ ਉਹ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੀ ਅਗਵਾਈ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਇਸ ਵੇਲੇ ਜਾਰੀ ਹੈ।
ਤਾਂ ਉਧਰ BSF ਨੂੰ ਵੱਧ ਅਧਿਕਾਰਾਂ ਉੱਤੇ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲ ਖੜੇ ਕੀਤੇ ਨੇ। ਭਵਿੱਖ ਵਿੱਚ ਪੰਜਾਬ ਦੇ ਵਿੱਚ BSF ਵੱਲੋਂ ਵਧੀਕੀਆਂ ਦਾ ਖਦਸ਼ਾ ਜ਼ਾਹਰ ਕੀਤਾ ਸਿੱਧੂ ਨੇ। ਉਹਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਸਾਹਮਣੇ ਆਏ ਨੇ ਕਿ ਕੇਸਾਂ ਦੀ ਉਦਾਹਰਨ ਦਿੱਤੀ। ਉਹਨਾਂ ਨੇ ਕਿਹਾ ਕਿ ਬਾਰਡਰ ਦੇ ਨਾਮ ਦੇ ਉੱਪਰ 50 ਕਿਲੋਮੀਟਰ ਤੱਕ ਕਬਜ਼ਾ ਕਿਉਂ ਦਿੱਤਾ ਗਿਆ, ਇਹ ਗੱਲ ਦਾ ਜ਼ਿਕਰ ਵੀ ਸਿੱਧੂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਸਹਿਮਤੀ ਤੋਂ ਬਿਨਾਂ ਜਿਹੜਾ ਲਿਆ ਫੈਸਲਾ ਉਹ ਸੂਬੇ ਦੇ ਅਧਿਕਾਰਾਂ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਡਾਕਾ ਮਾਰਨ ਦੀ ਗੱਲ ਹੈ ਤੇ ਕੇਂਦਰ ਸਰਕਾਰ ਦੇ ਉੱਪਰ ਵਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਬੈਕ ਟੂ ਬੈਕ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤੇ ਨੇ। ਟਵੀਟ ਦੇ ਵਿੱਚ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਪਹਿਲੇ ਟਵੀਟ ਦੇ ਵਿੱਚ ਲਿਖਦੇ ਨੇ ਕਿ ਸਟੇਟ ਦੇ ਅੰਦਰ ਸਟੇਟ ਬਣਾ ਕੇ ਕੇਂਦਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਬਣਾ ਰਿਹਾ ਹੈ। BSF ਦਾ ਮਤਲਬ ਸੀਮਾ ਸੁਰੱਖਿਆ ਬਲ ਹੈ। ਸਰਹੱਦ ਜਾਂ ਸੀਮਾ ਦੀ ਕੀ ਪਰਿਭਾਸ਼ਾ ਹੈ? 50 ਕਿਲੋਮੀਟਰ। ਜਨਤਾ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਮੁੱਖ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਇਸ ਤੋਂ ਬਾਅਦ ਦੂਸਰਾ ਟਵੀਟ ਉਹਨਾਂ ਦਾ ਆਉਂਦਾ, ਪੱਛਮੀ ਬੰਗਾਲ ਦੇ ਵਿੱਚ BSF ਰੋਜ਼ਾਨਾ ਸੁਰੱਖਿਆ ਦੇ ਨਾਂ ਦੇ ਉੱਤੇ ਦੇਸ਼ ਦੀ ਸੰਵਿਧਾਨਕ ਵਿਵਸਥਾ ਦੀ ਉਲੰਘਣਾ ਕਰਦੀ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੰਜਾਬ ਦੇ ਵਿੱਚ ਵੀ ਤਸ਼ੱਦਦ, ਝੂਠੇ ਕੇਸ, ਮਨਮਾਨੀ ਨਜ਼ਰਬੰਦੀ ਅਤੇ ਗੈਰ ਕਾਨੂੰਨੀ ਗ੍ਰਿਫਤਾਰੀਆਂ ਦੇ ਮਾਮਲੇ ਸਾਹਮਣੇ ਆਉਣਗੇ। ਔਰ ਇਸ ਤੋਂ ਬਾਅਦ ਤੀਸਰਾ ਟਵੀਟ ਵੀ ਨਵਜੋਤ ਸਿੰਘ ਸਿੱਧੂ ਦਾ ਆਉਂਦਾ, ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਬੰਗਾਲ ਦੇ ਵਿੱਚ ਅਜਿਹੇ ਕਈ ਮਾਮਲੇ ਹੋਏ ਨੇ ਜਦੋਂ BSF ਨੇ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਲੋਕਲ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਪਿਛਲੇ 5 ਸਾਲਾਂ ਵਿੱਚ ਬੰਗਾਲ ਸਰਕਾਰ ਨੇ BSF ਦੀ ਕਸਟਡੀ ਵਿੱਚੋਂ ਟੌਰਚਰ ਦੇ 240 ਕੇਸ, ਮੌਤ ਦੇ 60 ਕੇਸ ਅਤੇ ਲਾਪਤਾ ਹੋਣ ਦੇ 8 ਕੇਸ ਫਾਈਲ ਕੀਤੇ ਨੇ। ਤਾਂ ਪੱਛਮੀ ਬੰਗਾਲ ਦੀ ਉਦਾਹਰਣ ਦੇ ਕੇ ਇੱਕ 3 ਤੋਂ ਬਾਅਦ ਚੌਥਾ ਟਵੀਟ ਵੀ ਉਹਨਾਂ ਨੇ ਲਿਖਿਆ ਕਿ ਇਹਨਾਂ ਵਿੱਚੋਂ 33 ਮਾਮਲਿਆਂ ਵਿੱਚੋਂ NHRC ਨੇ ਪੀੜਤਾਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਸਿਫਾਰਿਸ਼ ਕੀਤੀ ਹੈ। ਜੇ ਯੂਪੀ ਪੁਲਿਸ ਪ੍ਰਿਯੰਕਾ ਗਾਂਧੀ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ 60 ਘੰਟਿਆਂ ਤੋਂ ਵੱਧ ਸਮੇਂ ਲਈ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖ ਸਕਦੀ ਹੈ, ਤਾਂ ਇੱਕ ਆਮ ਆਦਮੀ ਨੂੰ ਜੇ BSF ਹਿਰਾਸਤ ਵਿੱਚ ਲੈਂਦੀ ਹੈ ਤਾਂ ਉਸ ਦੀ ਗਾਰੰਟੀ ਕੌਣ ਲਵੇਗਾ? ਤਾਂ ਇਸ ਤੋਂ ਬਾਅਦ ਇੱਕ ਹੋਰ ਟਵੀਟ ਸਿੱਧੂ ਨੇ ਕੀਤਾ। ਉਸ ਦੇ ਵਿੱਚ ਲਿਖਿਆ ਕਿ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਸੂਬੇ ਦੇ ਸੰਵਿਧਾਨਕ ਅਧਿਕਾਰਾਂ ਉੱਤੇ ਸਿੱਧੇ ਤੌਰ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਔਰ ਪੰਜਾਬ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਅਣਦੇਖੀ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ। ਤਾਂ ਬੈਕ ਟੂ ਬੈਕ 5 ਟਵੀਟਾਂ ਦੀ ਜਿਹੜੀ ਸੀਰੀਜ਼ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਾਰੀ ਕੀਤੀ ਗਈ, ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਕੇਂਦਰ ਦੇ BSF ਦਾਇਰਾ ਬਣਾਉਣ ਦੇ ਫੈਸਲੇ ਦੇ ਉੱਪਰ ਸਵਾਲ ਖੜੇ ਕੀਤੇ ਨੇ। ਸਿੱਧਾ ਚੱਲਦੇ ਹਾਂ ਗਰਾਊਂਡ ਜ਼ੀਰੋ ਤੇ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਰਹੇ ਨੇ ਪੰਜਾਬ ਭਵਨ ਤੋਂ। ਨਪਿੰਦਰ, ਤਾਂ ਆਲ ਪਾਰਟੀ ਮੀਟਿੰਗ ਇਸ ਵੇਲੇ ਜਾਰੀ ਹੈ। ਬੇहद ਗੰਭੀਰ ਮੁੱਦਾ ਪੰਜਾਬ ਦੇ ਜਿਹੜਾ ਗੱਲ ਕੀਤੀ ਜਾਵੇ ਕਿਉਂਕਿ ਬਾਰਡਰ ਸਟੇਟ ਆ ਤਾਂ ਅਜਿਹੇ ਦੇ ਵਿੱਚ ਮੀਟਿੰਗ ਜਾਰੀ ਹੈ। 2 ਘੰਟੇ ਸਮਾਂ ਚੱਲਿਆ ਪਰ ਮੀਟਿੰਗ ਦੇ ਦੌਰਾਨ ਹੀ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਬੈਕ ਟੂ ਬੈਕ 5 ਟਵੀਟ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਲੱਗ ਰਿਹਾ ਕਿ ਅੱਜ ਕੋਈ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਔਰ ਇਸ ਦੀ ਰੂਪਰੇਖਾ ਵੀ ਥੋੜੀ ਦੇਰ ਬਾਅਦ ਦੇਖਣ ਨੂੰ ਮਿਲ ਜੇਗੀ। ਦੇਖੋ, ਸਪਸ਼ਟ ਤੌਰ ਤੇ ਜਿਹੜੇ ਵੀ ਲੀਡਰ ਅੰਦਰ ਗਏ ਨੇ, ਕਿਉਂਕਿ ਆਲ ਪਾਰਟੀ ਮੀਟਿੰਗਾਂ ਸਾਰੀਆਂ ਪਾਰਟੀਆਂ ਨੁਮਾਇੰਦੇ ਅੰਦਰ ਗਏ ਨੇ ਤਾਂ ਸਿਵਾਏ BJP ਦੇ, ਤਾਂ ਉਹਨਾਂ ਨੁਮਾਇੰਦਿਆਂ ਨੇ ਕਈ ਨੁਮਾਇੰਦੇ ਬਾਹਰ ਗੱਲ ਕਰਕੇ ਗਏ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਅਸੀਂ ਦੇਖਦੇ ਹਾਂ ਲਗਾਤਾਰ ਉਹ ਵਨ ਸਾਈਡਡ ਚੱਲਦੇ ਨੇ। ਉਹ ਆਪਦਾ ਪੱਖ ਜ਼ਰੂਰ ਦੇਣਾ ਚਾਹੁੰਦੇ ਨੇ ਪਰ ਮੀਡੀਆ ਦੇ ਰੂਬਰੂ ਹੋ ਕੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਸ਼ਾਇਦ ਉਹ ਨਹੀਂ ਦਿੰਦੇ, ਪਰ ਉਹ ਆਪਣਾ ਜਿਹੜਾ ਵੀ ਮੈਸੇਜ ਕਨਵੇ ਕਰਨਾ ਉਹ ਟਵੀਟ ਦੇ ਜ਼ਰੀਏ ਕਰਦੇ ਨੇ। ਅੱਜ ਵੀ ਉਸੇ ਤਰ੍ਹਾਂ ਹੋਇਆ, ਮੀਟਿੰਗ ਦੇ ਵਿੱਚ ਗਏ ਨੇ ਔਰ ਆਪਣਾ ਜੋ ਉਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੀ, ਜਿਹੜੀ ਚੀਜ਼ ਉਹ ਕਹਿਣੀ ਚਾਹੁੰਦੇ ਸੀ ਉਹ ਆਪਣੇ ਟਵੀਟ ਦੇ ਜ਼ਰੀਏ ਕਹੀ ਆ। ਸਪਸ਼ਟ ਤੌਰ ਤੇ BSF ਦਾ ਅਧਿਕਾਰ ਖੇਤਰ ਵਧਾਉਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕੀਤਾ ਸਿਵਾਏ BJP ਦੇ, ਕਿਉਂਕਿ BJP ਤਾਂ ਆਪਣੀ ਕੇਂਦਰ ਦੇ ਵਿੱਚ ਸਰਕਾਰ ਆ ਔਰ BJP ਸਰਕਾਰ ਨੇ ਇਹ ਫੈਸਲਾ ਲਿਆ। ਅਜੇ ਇਹਦੇ ਵਿੱਚ ਬਾਕੀ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਸੱਤਾਧਾਰ ਕਾਂਗਰਸ ਹੋਵੇ, ਚਾਹੇ ਬੈਂਸ ਭਰਾ ਹੋਣ, ਚਾਹੇ ਹੋਰ ਪਾਰਟੀਆਂ ਹੋਣ, ਆਮ ਆਦਮੀ ਪਾਰਟੀ ਹੋਵੇ, ਤਾਂ ਸਾਰਿਆਂ ਨੇ ਕਿਹਾ ਕਿ ਇਹ ਫੈਸਲਾ ਕਿਤੇ ਨਾ ਕਿਤੇ ਸੂਬੇ ਦੇ ਅਧਿਕਾਰਾਂ 'ਚ ਡਾਕਾ, ਕਿਉਂਕਿ ਦੇਖੋ ਭਾਰਤ ਕੀ ਆ, ਭਾਰਤ ਛੋਟੇ ਛੋਟੇ ਰਾਜਾਂ ਨੂੰ ਇਕੱਠੇ ਕਰਕੇ ਬਣਾਇਆ ਗਿਆ ਇੱਕ ਦੇਸ਼ ਹੈ, ਤਾਂ ਇਹਨਾਂ ਵੱਖ-ਵੱਖ ਸੂਬਿਆਂ ਨੂੰ ਵੱਖ-ਵੱਖ ਅਧਿਕਾਰ ਦਿੱਤੇ ਗਏ ਨੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਕੇਂਦਰ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਤਾਂ ਉਹਨਾਂ ਅਧਿਕਾਰਾਂ ਨੂੰ ਵੱਡੀ ਢਾਹ ਲੱਗਦੀ ਆ। ਲਾਅ ਐਂਡ ਆਰਡਰ ਉਹ ਸਟੇਟ ਸਬਜੈਕਟ ਹੈ, ਸਟੇਟ ਸਬਜੈਕਟ ਦੇ ਵਿੱਚ ਸਟੇਟ ਨੇ ਆਪਣਾ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਮੇਨਟੇਨ ਕਰਨਾ ਉਹ ਫੈਸਲਾ ਉਹਨਾਂ ਨੇ ਲੈਣਾ। ਤਾਂ ਜੇ ਇਹਦੇ ਵਿੱਚ ਜੇ ਤੁਸੀਂ ਦੇਖੋ ਅਗਰ 50 ਕਿਲੋਮੀਟਰ ਅਗਰ ਬਾਰਡਰ ਤੇ ਤੁਸੀਂ ਜਿੰਨੇ ਜ਼ਿਲ੍ਹੇ ਨੇ 50 ਕਿਲੋਮੀਟਰ ਤੁਸੀਂ ਅੱਗੇ ਆ ਜਾਓ ਤਾਂ ਕਰੀਬ 27,000 ਕਿਲੋਮੀਟਰ ਵਰਗ ਕਿਲੋਮੀਟਰ ਜਿਹੜਾ ਬਣਦਾ। ਤਾਂ ਜੇ ਇਹਦੇ ਵਿੱਚ ਪੰਜਾਬ ਦਾ ਅੱਧਾ ਖੇਤਰਫਲ ਜਿਹੜਾ ਉਹ ਕਿਤੇ ਨਾ ਕਿਤੇ ਸਿੱਧਾ ਕੇਂਦਰ ਦੇ ਜਿਹੜੀ ਏਜੰਸੀ ਹੈ BSF ਉਹਦੇ ਕੰਟਰੋਲ ਦੇ ਵਿੱਚ ਆਉਂਦਾ, ਤਾਂ ਸਿੱਧੇ ਤੌਰ ਤੇ ਪੰਜਾਬ ਨੂੰ ਇਹ ਖਦਸ਼ਾ ਹੈ ਕਿ ਐਸਾ ਨਾ ਹੋਵੇ, ਕਿਉਂਕਿ ਪਹਿਲਾਂ ਵੀ ਪੰਜਾਬ ਨੇ ਕਾਲਾ ਦੌਰ ਦੇਖਿਆ। ਅਜਿਹੇ ਦੌਰ ਦਾ ਸਾਹਮਣਾ ਕਰਨ ਵਾਲੀ ਸਟੇਟ ਦੁਬਾਰਾ ਨਹੀਂ ਚਾਹੁੰਦੀ ਕਿ ਕਿਸੇ ਕਿਸਮ ਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋਵੇ, ਕਿਉਂਕਿ BSF ਦੇ ਕੋਲ ਜਿਹੜੇ ਆਪਣੇ ਅਧਿਕਾਰ ਹੋਣਗੇ, ਚਾਹੇ NDPS ਐਕਟ ਹੋਵੇ, ਚਾਹੇ ਪਾਸਪੋਰਟ ਐਕਟ ਹੋਵੇ, ਉਹਦੇ ਵਿੱਚ ਉਹਨਾਂ ਨੂੰ ਅਧਿਕਾਰ ਦਿੱਤੇ, ਉਹਨਾਂ ਦੇ ਕੋਲ ਵੱਧ ਅਧਿਕਾਰ ਹੋਣਗੇ ਔਰ ਉਹ ਆਪਣੀ ਕਾਰਵਾਈ ਡਾਇਰੈਕਟ ਕਰ ਸਕਦੇ ਨੇ। ਇਸੇ ਲਈ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇਸ ਚੀਜ਼ ਤੇ ਆਬਜੈਕਟ ਕਰ ਰਹੀਆਂ ਨੇ ਕਿ ਇਹ
ਫੈਸਲਾ ਜਿਹੜਾ ਵਾਪਸ ਹੋਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਬੈਂਸ ਅੰਦਰ ਜਾਣ ਤੋਂ ਪਹਿਲਾਂ ਬੋਲ ਕੇ ਗਏ ਨੇ, ਬੈਂਸ ਕਹਿੰਦੇ ਨੇ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਸਪੈਸ਼ਲ ਸੈਸ਼ਨ ਦੇ ਵਿੱਚ ਤੁਸੀਂ ਕੇਂਦਰ ਦੇ ਵੱਲੋਂ ਲਏ ਗਏ ਉਸ ਫੈਸਲੇ ਨੂੰ ਰਿਜੈਕਟ ਕਰ ਸਕਦੇ ਹੋ, ਰੱਦ ਕਰ ਸਕਦੇ ਹੋ। ਤਾਂ ਅਜਿਹੇ ਅੰਦਰ ਸੁਝਾਅ ਚੱਲ ਰਹੇ ਨੇ, ਇਸੇ ਲਈ ਮੀਟਿੰਗ ਬੁਲਾਈ ਗਈ ਹੈ ਕਿ ਸਭ ਦੇ ਆਪਣੇ ਆਪਣੇ ਸੁਝਾਅ ਨੇ, ਆਪਣੇ ਆਪਣੇ ਸਵਾਲ ਨੇ, ਉਹਨਾਂ ਸਾਰੇ ਬਿੰਦੂਆਂ ਤੇ ਅੰਦਰ ਚਰਚਾ ਹੋ ਰਹੀ ਹੈ। ਉਸ ਚਰਚਾ ਤੋਂ ਬਾਅਦ ਕਰੀਬ ਅੱਧੇ ਘੰਟੇ ਦੇ ਵਿੱਚ ਲੱਗਦਾ ਹੈ ਕਿ ਬਾਹਰ ਮੁੱਖ ਮੰਤਰੀ ਆਉਣਗੇ। ਹੋ ਸਕਦਾ ਉਹਨਾਂ ਦੇ ਨਾਲ ਬਾਕੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਵੀ ਬੈਠਣ, ਜਾਂ ਫਿਰ ਕਿਹੜੇ ਲੋਕ ਉਹਨਾਂ ਦੇ ਨਾਲ ਬੈਠਣਗੇ, ਕਿਉਂਕਿ ਆਲ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਤਾਂ ਮੁੱਖ ਮੰਤਰੀ ਆ ਕੇ ਰੂਬਰੂ ਹੋਣਗੇ, ਪੰਜਾਬ ਦੀ ਜਨਤਾ ਨੂੰ BSF ਦੇ ਮੁੱਦੇ ਤੇ ਕੀ ਚਰਚਾ ਹੋਈ ਹੈ, ਕੀ ਗੱਲਬਾਤ ਹੋਈ ਹੈ, ਕਿਹਦਾ ਕੀ ਸੁਝਾਅ ਰਿਹਾ, ਉਹ ਸਾਰੀ ਚੀਜ਼ ਸਾਹਮਣੇ ਰੱਖਣਗੇ। ਔਰ ਉਸ ਵੇਲੇ ਜਿਸ ਤਰ੍ਹਾਂ ਪਹਿਲਾਂ ਕਿਹਾ, ਹੋ ਸਕਦਾ ਸਾਂਝੀ ਪ੍ਰੈਸ ਕਾਨਫਰੰਸ ਹੋਵੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੈਠ ਜਾਣ। ਤਾਂ ਕਿਸ ਤਰ੍ਹਾਂ ਹੋਵੇਗਾ, ਇਕੱਲੇ ਬੈਠਣਗੇ ਜਾਂ ਸਾਰੇ ਨਾਲ ਬੈਠਣਗੇ, ਹਾਲਾਂਕਿ ਕੁਰਸੀਆਂ ਦਾ ਅਰੇਂਜਮੈਂਟ ਕੀਤਾ ਗਿਆ। ਤਾਂ ਥੋੜੀ ਦੇਰ ਤੱਕ ਸਥਿਤੀ ਸਾਫ਼ ਹੋਏਗੀ ਕਿ ਕੀ ਵੱਡਾ ਫੈਸਲਾ ਲਿਆ ਜਾਂਦਾ, ਕੀ ਸੈਸ਼ਨ ਬੁਲਾਇਆ ਜਾਂਦਾ, ਜਾਂ ਫਿਰ ਕੇਂਦਰ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕੀਤੀ ਜਾਏਗੀ, ਕਿਸ ਤਰ੍ਹਾਂ ਇਸ ਫੈਸਲੇ ਨੂੰ ਪੰਜਾਬ ਵਿੱਚ ਲਾਗੂ ਹੋਣ ਤੋਂ ਰੋਕਿਆ ਜਾਵੇਗਾ। ਜੀ ਬਿਲਕੁਲ ਰੁਪਿੰਦਰ, ਤਾਂ ਲਗਾਤਾਰ ਤੁਸੀਂ ਵੀ ਇਸ ਖਬਰ ਦੇ ਉੱਪਰ ਬਣ ਰਹੇ ਹੋ। ਥੋੜੀ ਦੇਰ ਬਾਅਦ ਜਿੱਦਾਂ ਹੀ ਕੋਈ ਹਲਚਲ ਹੋਵੇਗੀ ਔਰ ਜਿੱਦਾਂ ਹੀ ਮੀਡੀਆ ਦੇ ਮੁਖਾਤਬ ਹੋਣਗੇ ਮੁੱਖ ਮੰਤਰੀ ਪੰਜਾਬ, ਤਾਂ ਆਲ ਪਾਰਟੀ ਮੀਟਿੰਗਾਂ ਲੱਗ ਰਿਹਾ ਕਿ ਸਰ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਹੋਰ ਵੀ ਨੇ, ਉਹ ਵੀ ਉਹਨਾਂ ਦੇ ਨਾਲ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਬੈਠਣਗੇ ਔਰ ਪੂਰੀ ਤਸਵੀਰ ਸਾਫ਼ ਕਰਨਗੇ ਕਿ ਇੰਨੇ ਘੰਟੇ ਬੰਦੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਫੈਸਲੇ ਲਏ ਗਏ ਪੰਜਾਬ ਦੇ ਵਿੱਚ, ਔਰ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਸੰਘੀ ਢਾਂਚੇ ਦੇ ਉੱਪਰ ਹਮਲਾ ਕੀਤਾ ਗਿਆ, ਔਰ ਨਾਲ ਹੀ ਜਿਵੇਂ ਮੰਗ ਕੀਤੀ ਗਈ ਹੈ ਕਿ ਸਪੈਸ਼ਲ ਸੈਸ਼ਨ ਬੁਲਾਉਣ ਦੀ ਵੀ ਜਿਹੜੀ ਮੰਗ ਕੀਤੀ ਗਈ ਹੈ, ਤਾਂ ਕੀ ਉਸ ਦੇ ਉੱਪਰ ਵੀ ਵਿਚਾਰ ਕੀਤਾ ਗਿਆ ਹੋਵੇਗਾ ਇਸ ਮੀਟਿੰਗ ਦੇ ਵਿੱਚ, ਤਾਂ ਕਿਸ ਤਰੀਕੇ ਦਾ ਫੈਸਲੇ ਲਏ ਜਾਣਗੇ, ਕੀ ਰੂਪਰੇਖਾ ਰਹੇਗੀ ਅੱਗੇ ਦੀ ਰਣਨੀਤੀ ਨੂੰ ਲੈ ਕੇ। ਜਿਹੜੀ ਖੁਦ ਬਰੀਫਿੰਗ ਹੈ ਉਹ ਮੁੱਖ ਮੰਤਰੀ ਪੰਜਾਬ ਕਰਨਗੇ, ਤਾਂ ਕਿਆਸ ਰਹੀਆਂ ਨੇ ਕਿ ਉਹਨਾਂ ਦੇ ਨਾਲ ਜਿਹੜੇ ਬਾਕੀ ਸਰਬ ਪਾਰਟੀ ਮੀਟਿੰਗ ਦੇ ਨੁਮਾਇੰਦੇ ਨੇ ਉਹ ਵੀ ਬੈਠਣਗੇ। ਪਰ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਹਰ ਇੱਕ ਅਪਡੇਟ ਦੇਵਾਂਗੇ, ਪਰ ਇੱਥੇ ਵੇਲਾ ਹੋ ਚੱਲਿਆ ਕਿ ਛੋਟੇ ਜਿਹੇ ਬ੍ਰੇਕ ਦਾ, ਔਰ ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।